जिह्वा एक कवन गुण कहिए, बेशुमार बेअंत स्वामी, तिरु अंत न किन्ही लहिए। कोट पराध हमारे खंडो, अनक विधि समझावो। हम अज्ञान अल्प मत थोरी, तुम्हें आपन बिरद रखावो। तुम्हारी शरण तुम्हारी आसा, तुम ही सज्जन सुहेले। राखो राखण हार दयाला, नानक करके गोले। तुम्हारी शरण तुम्हारी आसा, तुम ही सज्जन सुहेले। राखो राखण हार दयाला, नानक करके गोले। फिरत फिरत प्रभ आया, परिया तो सरनाए। नानक की प्रभ बेनती, अपनी भगति लाए। नानक की प्रभ बेनती, अपनी भगति लाए। तेरे कवन कवन गुण कह गावा, तू साहिब गुणी निधाना। तुम्हारी महिमा बरन न सकूं, तू ठाकुर ऊच भगवाना। तुम्हारी महिमा बरन न सकूं, तू ठाकुर ऊच भगवाना। जुगो जुग अटल सतगुरु गुरगद्दी ते सुभाईमान गरीब नवाज सतगुरु भगत वत्सल पतित पावन करुणा निधान उपमा महान गुरु ਸਾਹਿਬ श्री गुरु ग्रंथ साहिब जी महाराज जी की पावन पवित्र मुबारक हजूरी विखे जुड़ बैठी परम सन्मान और सत्कारयोग गुरु रूप साध संगत। गुरु साहिब जी दियां बेअंत बख्शिशां बेअंत रहमतां होईयां हन। गुरु के पावन पवित्र दरबार विखे जुड़ मिल बैठण का सुभाग समा मिलिया है और गुरु घर दे साजे नवाजे कीर्तनियां पासों पावन पवित्र बाणी इलाही तुर की अमृतमयी और साची बाणी दे शब्द कीर्तन प्यार सत्कार सहित असी श्रवण कीते हन। उपरंत गुरबाणी विचार दे नाल जुड़िए सब तो पहला गुरु बख्शी फतेह प्रवान करो। गज वज के आखो जी वाहिगुरु जी का खालसा वाहिगुरु जी की फतेह। धन गुरु अर्जन देव जी महाराज जी की पावन मुबारक रसना तो उचारण पावन बाणी सैसकृति दी निता प्रति गुरु बख्शी मत मुताबक विचार की सांझ आपां पाउंदे हाँ। भावें गुरु की जो बाणी है अगाध बोध है
ਔਰ ਅਸੀਂ ਜੀਵ ਅਲਪੱਗ ਮਤ ਵਾਲੇ ਹਾਂ, ਘੱਟ ਮਤ ਵਾਲੇ ਹਾਂ। ਔਰ ਜਿਵੇਂ ਜਿਵੇਂ ਗੁਰੂ ਰਹਿਮਤ ਕਰਕੇ ਮਤ ਬਖਸ਼ਦੇ, ਸੁਮਤ ਬਖਸ਼ਦੇ ਨੇ, ਉਹਦੇ ਮੁਤਾਬਕ ਫਿਰ ਆਪਾਂ ਰਲ ਮਿਲ ਕੇ ਵੱਡੇ ਦੀਆਂ ਵਡਿਆਈਆਂ ਨੂੰ ਗਾਉਣ ਦਾ ਯਤਨ ਕਰਦੇ ਹਾਂ, ਵਿਚਾਰਨ ਦਾ ਯਤਨ ਕਰਦੇ ਹਾਂ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਰਹਿਮਤ ਕਰਨ, ਕਿਰਪਾ ਵਰਤਾਉਣ, ਆਪ ਵਿੱਚ ਸਹਾਈ ਹੋ ਕੇ ਵਰਤਣ ਔਰ ਆਪਣੇ ਪਾਵਨ ਦਰਬਾਰ ਦੀ, ਆਪਣੀ ਪਾਵਨ ਬਾਣੀ ਦੀ ਸੇਵਾ ਆਪ ਸਹਾਈ ਹੋ ਕੇ ਲੈਣ। ਇਹ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਇਸ ਪਾਵਨ ਬਾਣੀ ਦੀਆਂ 19 ਪੌੜੀਆਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ, ਜਿਹਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਜੀਵਨ ਦੇ ਵੱਖ-ਵੱਖ ਪੱਖਾਂ ਦੇ ਉਪਦੇਸ਼ ਬਖਸ਼ੇ ਨੇ 19 ਸਲੋਕਾਂ ਰਾਹੀਂ। ਔਰ ਕੱਲ੍ਹ ਜਿੱਥੋਂ ਆਪਾਂ ਵਿਚਾਰ ਦੀ ਸੰਪੂਰਨਤਾ ਕੀਤੀ ਸੀ ਕਿ ਉਹ ਮਾਲਕ ਦਾ ਨਾਮ ਸਿਮਰਿਆ, ਉਹਦੇ ਨਾਮ 'ਚ ਜੁੜਿਆ, ਜੀਵਨ 'ਚੋਂ ਅੰਧਕਾਰ ਖਤਮ ਹੁੰਦਾ ਹੈ। ਇੱਕ ਬਾਹਰ ਦਾ ਹਨੇਰਾ ਹੈ, ਇੱਕ ਅੰਦਰ ਦਾ ਹਨੇਰਾ ਹੈ। ਬਾਹਰ ਦੇ ਹਨੇਰੇ ਨੂੰ ਖਤਮ ਕਰਨ ਦੇ ਬਾਹਰੀ ਸਾਧਨ ਹਨ, ਔਰ ਅੰਦਰ ਦਾ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਵਾਹਿਗੁਰੂ ਦੇ ਨਾਮ ਤੇ ਗੁਰੂ ਦੇ ਸ਼ਬਦ ਦੀ ਬਰਕਤ ਸਦਕਾ ਖਤਮ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਾਲਕ ਦਾ ਨਾਮ ਅਗ ਖੰਡਣ ਹੈ, ਪਾਪ ਖੰਡਣ ਵਾਲਾ ਹੈ, ਮੁਕਾਉਣ ਵਾਲਾ ਹੈ। ਤੇ ਜਿਹਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਇੱਕ ਤੇ ਉਸ ਮਨੁੱਖ ਦੇ ਜਿਹੜੇ ਕਰਮ ਹਨ ਉਹ ਕਰਮ ਸੁਕਰਮ ਬਣਦੇ ਹਨ। ਸਾਡੇ ਕਰਮਾਂ ਦੇ 3 ਪੱਧਰ ਹੁੰਦੇ ਹਨ। ਇੱਕ ਤੇ ਸਧਾਰਨ ਪੱਧਰ ਦੇ ਕਰਮ, ਇੱਕ ਹਨ ਕਰਮਾਂ ਦੇ ਸਧਾਰਨ ਪੱਧਰ ਤੋਂ ਡਿੱਗੇ ਹੋਏ ਕਰਮ, ਨੀਵੇਂ ਕਰਮ, ਜਿਹਨੂੰ ਕੁਕਰਮ ਕਿਹਾ ਜਾਂਦਾ ਹੈ। ਇੱਕ ਹਨ ਕਿਸੇ ਨੇ ਆਪਣੇ ਕਰਮਾਂ ਦਾ ਪੱਧਰ ਉੱਚਾ ਚੁੱਕ ਲਿਆ, ਉੱਚੇ ਕਰਮ ਕਰਨ ਲੱਗ ਪਿਆ, ਉਹਦੇ ਲਈ ਫਿਰ ਸ਼ਬਦ ਵਰਤਿਆ ਜਾਂਦਾ ਹੈ ਸੁਕਰਮ। ਕੁਕਰਮ, ਕਰਮ ਤੇ ਸੁਕਰਮ। ਤੇ ਬਾਣੀ 'ਚ ਸਤਿਗੁਰੂ ਜੀ ਨੇ ਸਾਨੂੰ ਸੁਕਰਮੀ ਬਣਨ ਦੀ ਸਿੱਖਿਆ ਦਿੱਤੀ ਹੈ ਔਰ ਕੁਕਰਮੀ ਹੋਣ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ। ਸੋ ਇਹ ਮਨੁੱਖ ਸੁਕਰਮੀ ਕਦੋਂ ਬਣਦਾ ਹੈ? ਮਹਾਰਾਜ ਕਹਿੰਦੇ ਜਦੋਂ ਹਿਰਦੇ 'ਚ ਗੁਰੂ ਦੇ ਸ਼ਬਦ ਦਾ ਦੀਵਾ ਜਗ ਗਿਆ, ਗੁਰਮਤਿ ਦਾ ਗਿਆਨ ਪ੍ਰਕਾਸ਼ ਜਦੋਂ ਅੰਦਰ ਹੋਇਆ, ਫਿਰ ਕਰਮਾਂ ਦਾ ਪੱਧਰ ਆਪਣੇ ਆਪ ਉੱਚਾ ਉੱਠਦਾ ਹੈ। ਫਿਰ ਮਨੁੱਖ ਕੇਵਲ ਆਪਣੇ ਲਈ ਨਹੀਂ ਜਿਉਂਦਾ ਹੈ, ਕੇਵਲ ਕਰਮ ਕਰਨ ਵਾਲਾ ਮਨੁੱਖ ਜਿਉਂਦਾ ਹੈ ਆਪਣੇ ਤੱਕ ਸੀਮਤ ਹੋ ਕੇ। ਕੁਕਰਮੀ ਮਨੁੱਖ ਦੂਜਿਆਂ ਦੇ ਜੀਵਨ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਤੇ ਸਕਰਮੀ ਮਨੁੱਖ ਦਾ ਜੀਵਨ ਫਿਰ ਸਾਰੀ ਮਨੁੱਖਤਾ ਦੇ ਲਈ ਜੀਵਨ ਹੁੰਦਾ ਹੈ। ਉਹ ਸਰਬੱਤ ਦਾ ਭਲਾ ਕਰਦਿਆਂ, ਚੰਗੇ ਨੇਕ ਕਰਮ ਕਰਦਿਆਂ ਜਿਉਂਦਾ ਹੈ। ਮਹਾਰਾਜ ਕਹਿੰਦੇ ਰਿੱਧ ਬਸੰਤ ਪੈ ਭੀਤ ਦੂਤੈ, ਕਰਮ ਕਰਤ ਮਹਾ ਨਿਰਮਲ ਹੈ। ਜਿਹਨੇ ਅੰਦਰ ਵਾਹਿਗੁਰੂ ਦਾ ਨਾਮ ਵਸਾਇਆ, ਉਹਦੇ ਕਰਮ ਨਿਰਮਲ ਹੋ ਗਏ। ਕਿਸੇ ਜਮ ਦਾ ਇੰਨਾ ਜ਼ੋਰ, ਇੰਨੀ ਹਿੰਮਤ ਹੀ ਨਹੀਂ ਪੈਂਦੀ ਹੈ ਕਿ ਉਹ ਨਾਮ ਜਪਣ ਵਾਲੇ ਤੇ ਆਪਣਾ ਪ੍ਰਭਾਵ ਪਾ ਸਕੇ। ਤੇ ਇੱਦਾਂ ਫਿਰ ਮਾਲਕ ਦਾ ਨਾਮ ਜਪਣ ਤੇ ਸੁਣਨ ਵਾਲਾ ਜਿਹੜਾ ਸਰੋਤਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੁੰਦਾ ਹੈ। ਬੇਅੰਤ ਸੁੱਖ ਉਹਦੀ ਝੋਲੀ 'ਚ ਪੈਂਦੇ ਹਨ ਤੇ ਮਾਲਕ ਉਹਨੂੰ ਕੁਸ਼ਲਤਾ ਦੀ ਦਾਤ, ਖੁਸ਼ੀਆਂ ਦੀ ਦਾਤ, ਤੰਦਰੁਸਤੀਆਂ ਦੀ ਦਾਤ ਬਖਸ਼ਦਾ। ਆਪਾਂ ਬਚਨ ਵੀ ਹਜ਼ੂਰ ਦੇ ਪੜ੍ਹਦੇ ਹਾਂ, ਜਿੱਥੇ ਸਤਿਗੁਰੂ ਕਹਿੰਦੇ ਤੇਰੇ ਜੀਵਨ 'ਚ ਖੁਸ਼ੀਆਂ ਵੀ ਬੇਅੰਤ ਆ ਸਕਦੀਆਂ ਨੇ, ਤੂੰ ਉੱਚੀਆਂ ਪਾਤਸ਼ਾਹੀਆਂ ਤੇ ਰਾਜ ਭਾਗ ਨੂੰ ਵੀ ਪ੍ਰਾਪਤ ਕਰ ਸਕਦਾ। ਪਰ ਉਹ ਦਾਤ ਮਿਲਦੀ ਕਦੋਂ ਹੈ? ਜਦੋਂ ਦਾਤੇ ਦੀ ਨਜ਼ਰ ਵਰਤਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਇੱਦੋਂ ਅੱਗੇ ਫਿਰ ਅੱਜ ਦੇ 20 ਨੰਬਰ ਸ਼ਲੋਕ ਅੰਦਰ
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਸੇਵਾ ਦੀ ਬੜੀ ਮਹਾਨਤਾ ਹੈ, ਵਡਿਆਈ ਹੈ। ਇਸ ਸ਼ਲੋਕ ਅੰਦਰ ਸਤਿਗੁਰੂ ਜੀ ਨੇ ਇਹ ਸਾਨੂੰ ਸਮਝਾਉਣ ਦਾ ਇੱਕ ਯਤਨ ਕੀਤਾ ਹੈ ਕਿ ਗੁਰੂ ਕੀ ਸੇਵਾ ਸਦਕਾ ਸਾਰੇ ਹੀ ਸੁੱਖ ਵਡਿਆਈਆਂ ਮਿਲਦੀਆਂ ਹਨ। ਕੋਈ ਐਸੀ ਦਾਤ ਨਹੀਂ ਹੈ ਜਿਹੜੀ ਸੇਵਾ ਕਰਕੇ ਝੋਲੀ 'ਚ ਨਾ ਪਵੇ। ਸੇਵਕ ਦੀ ਝੋਲੀ 'ਚ ਦਾਤਾ ਕੋਈ ਐਸੀ ਦਾਤ ਨਹੀਂ ਹੈ ਜਿਹੜੀ ਨਾ ਪਾਵੇ। ਤੇ ਕੁਝ ਸਤਿਗੁਰੂ ਜੀ ਨੇ ਇੱਥੇ ਉਦਾਹਰਨਾਂ ਦਿੱਤੀਆਂ ਨੇ ਵਿਚਾਰ ਸਾਨੂੰ ਸਮਝਾਉਂਦੇ ਹੋਏ। ਮਹਾਰਾਜ ਕਹਿੰਦੇ ਪਾਸ਼ੰ ਕਰੋਤ ਅਗਰ ਨੀਵੈ ਨਿਰਾਸੰ ਆਸ ਪੂਰਨ। ਸੇਵਾ ਕਰਕੇ ਕੀ ਮਿਲਦਾ ਹੈ? ਜਿਹੜੇ ਪਿਛਾਂਹ ਹੁੰਦੇ ਹਨ ਸੇਵਾ ਕਰਕੇ ਉਹ ਸਭ ਤੋਂ ਅੱਗੇ ਪਹੁੰਚ ਜਾਂਦੇ ਹਨ ਸੇਵਾ ਦੀ ਬਰਕਤ ਸਦਕਾ। ਭਾਵ ਜਿਨ੍ਹਾਂ ਨੂੰ ਕੋਈ ਜਾਣਦਾ ਪਛਾਣਦਾ ਤੱਕ ਨਹੀਂ ਹੈ, ਸੇਵਾ ਕਰਕੇ ਉਹ ਵੀ ਮਹਾਨ ਤੇ ਅਤ ਉੱਤਮ ਬਣਦੇ ਨੇ। ਤੇ ਇੰਨੇ ਉੱਤਮ ਬਣਦੇ ਨੇ ਫਿਰ ਦੁਨੀਆ ਉਹਨਾਂ ਨੂੰ ਜਾਣਦੀ ਹੈ। ਜਿਹੜੇ ਸੇਵਾ ਦੇ ਰਸਤੇ ਤੇ ਭਾਈ ਜੇਠਾ ਭਾਈ ਲਹਿਣਾ ਸੇਵਾ ਕੀਤੀ ਤੇ ਸੇਵਾ ਕਰਕੇ ਬਿਲਕੁਲ ਅੱਗੇ ਆ ਗਏ, ਗੁਰੂ ਪਦਵੀ ਤੇ ਪਹੁੰਚ ਗਏ। ਸੇਵਾ ਕਰਕੇ ਭਾਈ ਜੇਠਾ ਗੁਰੂ ਪਦਵੀ ਤੇ ਪਹੁੰਚ ਗਿਆ, ਧੰਨ ਗੁਰੂ ਰਾਮਦਾਸ ਬਣ ਗਿਆ। ਦਾਤ ਕਿਵੇਂ ਮਿਲੀ? ਸੇਵਾ ਕਰਕੇ। ਵਡਿਆਈ ਕਿੱਦਾਂ ਮਿਲੀ? ਸੇਵਾ ਕਰਕੇ। ਸੋ ਮਹਾਰਾਜ ਕਹਿੰਦੇ ਸੇਵਾ ਦੀ ਇਹ ਬਰਕਤ ਹੈ। ਸੇਵਾ ਸਦਕਾ ਜਿਹੜਾ ਪਿਛਾਂਹ ਹੈ ਉਹ ਵੀ ਸਭ ਤੋਂ ਅੱਗੇ ਪਹੁੰਚ ਜਾਂਦਾ ਹੈ। ਸਾਡੇ ਇਤਿਹਾਸ 'ਚੋਂ ਵੈਸੇ ਤਾਂ ਬੇਅੰਤ ਇਹਦੀਆਂ ਮਿਸਾਲਾਂ ਆਪਾਂ ਜਾਣ ਸਕਦੇ ਹਾਂ, ਸਾਂਝੀਆਂ ਕਰ ਸਕਦੇ ਹਾਂ। ਜਦੋਂ ਸੇਵਾ ਕਰਨ ਵਾਲਿਆਂ ਨੂੰ ਸੇਵਾ ਕਰਕੇ ਮਾਣ ਮਿਲਿਆ, ਸਨਮਾਨ ਮਿਲਿਆ, ਵਡਿਆਈ ਮਿਲੀ। ਇੱਕ ਸਿੱਖ ਇਤਿਹਾਸ ਦੀ ਘਟਨਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੰਥ ਦੇ ਸਿਰਮੌਰ ਜਰਨੈਲ, ਜਿਨ੍ਹਾਂ ਨੂੰ ਖਾਲਸੇ ਪੰਥ ਵੱਲੋਂ ਬੜੀ ਵੱਡੀ ਵਡਿਆਈ ਰੁਤਬਾ ਦਿੱਤਾ ਗਿਆ ਸੁਲਤਾਨੁਲ ਕੌਮ ਦਾ। ਸਿੱਖ ਪੰਥ ਦੇ ਉੱਚ ਕੋਟੀ ਦੇ ਜਰਨੈਲਾਂ 'ਚੋਂ ਜਰਨੈਲ ਹਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਬਹੁਤ ਛੋਟੇ ਸਨ ਜਦੋਂ ਖਾਲਸਾ ਪੰਥ 'ਚ ਸ਼ਾਮਲ ਹੋਏ। ਅੰਮ੍ਰਿਤ ਦੀ ਦਾਤ ਇਹਨਾਂ ਨੇ ਲਈ ਤੇ ਸਰਦਾਰ ਨਵਾਬ ਕਪੂਰ ਸਿੰਘ ਦੇ ਜਥੇ ਦੇ ਵਿੱਚ ਸਨ ਭਾਈ ਜੱਸਾ ਸਿੰਘ, ਸਰਦਾਰ ਜੱਸਾ ਸਿੰਘ। ਤੇ ਹੁਣ ਜਦੋਂ ਇਹ ਬੋਲਦੇ ਸਨ ਤੇ ਕੁਝ ਇਲਾਕੇ ਕਰਕੇ ਇਹ ਆਪਣੀ ਬੋਲੀ ਦੇ ਵਿੱਚ ਹਮਕੋ ਤੁਮਕੋ ਸ਼ਬਦ ਵਰਤਿਆ ਕਰਦੇ ਸਨ। ਕੁਝ ਹਿੰਦੀ ਦੇ ਸ਼ਬਦ ਵਿੱਚ ਇਹਨਾਂ ਨੇ ਐਡ ਕਰਕੇ ਬੋਲਣੇ। ਤੇ ਕਈ ਵਾਰ ਸਿੱਖਾਂ ਨੇ ਫਿਰ, ਕਿਉਂਕਿ ਛੋਟੇ ਸਨ ਤੇ ਪਿਆਰ ਸੀ ਸਾਰਿਆਂ ਦਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਤੇ ਥੋੜਾ ਹੱਸ ਵੀ ਲੈਣਾ ਜੱਸਾ ਸਿੰਘ ਦੇ ਨਾਲ, ਹਮਕੋ ਤੁਮਕੋ ਕਹਿ ਕੇ ਕੁਝ ਚੜਾ ਵੀ ਦੇਣਾ, ਕਿਉਂਕਿ ਛੋਟੇ ਸਨ ਬਾਕੀ ਸਿੱਖ ਵੱਡੇ। ਇਹਨਾਂ ਨੇ ਇੱਕ ਵਾਰ ਸਰਦਾਰ ਨਵਾਬ ਕਪੂਰ ਸਿੰਘ ਦੇ ਨਾਲ ਗੱਲ ਕੀਤੀ, ਜਿਹੜੇ ਪੰਥ ਦੇ ਉਸ ਵਕਤ ਦੇ ਨਵਾਬ ਸਨ, ਸਭ ਤੋਂ ਵੱਡੇ ਆਗੂ ਸਨ। ਜੀ ਮੇਰੇ ਨਾਲ ਵੇਖੋ ਸਿੱਖ ਇੱਦਾਂ ਕਰਦੇ ਨੇ, ਮੈਨੂੰ ਚੜਾਉਂਦੇ ਨੇ ਹਮਕੋ ਤੁਮਕੋ ਕਹਿ ਕੇ। ਤੇ ਅੱਗੋਂ ਸਰਦਾਰ ਨਵਾਬ ਕਪੂਰ ਸਿੰਘ ਕਹਿਣ ਲੱਗੇ, ਜੱਸਾ ਸਿਆਂ ਇਹ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ ਨੇ, ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ। ਮੈਂ ਖਾਲਸੇ ਦੇ ਘੋੜਿਆਂ ਦੀ ਲਿੱਦ ਚੁੱਕਿਆ ਕਰਦਾ ਸਾਂ ਤੇ ਅੱਜ ਖਾਲਸੇ ਨੇ ਵੇਖ ਮੈਨੂੰ ਕਿੱਥੇ ਪੰਥ ਦੀ ਨਵਾਬੀ ਬਖਸ਼ ਦਿੱਤੀ, ਨਵਾਬ ਬਣਾ ਦਿੱਤਾ ਹੈ। ਤੂੰ ਖਾਲਸੇ ਦੀਆਂ ਗੱਲਾਂ ਦਾ ਗੁੱਸਾ ਨਾ ਮਨਾਇਆ ਕਰ, ਸੇਵਾ ਦੇ ਵਿੱਚ ਲੱਗਾ ਰਹਿ। ਮੈਨੂੰ ਇਹਨਾਂ ਨੇ ਨਵਾਬ ਬਣਾ ਦਿੱਤਾ, ਹੋ ਸਕਦਾ ਤੈਨੂੰ ਕੱਲ ਨੂੰ ਕੌਮ ਦਾ ਬਾਦਸ਼ਾਹ ਬਣਾ ਦੇਣ। ਸੇਵਾ 'ਚ ਲੱਗਿਆ ਰਹੇ। ਔਰ ਫਿਰ ਉਹ ਸੇਵਾ 'ਚ ਲੱਗੇ ਰਹੇ। ਉਹਨਾਂ ਦੇ ਨਾਲ ਹੱਸਣ ਵਾਲੇ ਹੱਸਦੇ ਵੀ ਸਨ, ਪਰ ਉਹਨਾਂ ਨੇ ਸੇਵਾ ਨਾ ਛੱਡੀ ਤੇ ਸੇਵਾ ਕਰਕੇ ਫਿਰ ਉਹ ਇੱਕ ਦਿਨ ਸੁਲਤਾਨੁਲ ਕੌਮ ਦੇ ਰੁਤਬੇ ਤੇ ਪਹੁੰਚ ਗਏ, ਕੌਮ ਦੇ ਸੁਲਤਾਨ ਬਣ ਗਏ। ਸੋ ਸੇਵਾ ਕਰਕੇ ਇਹ ਵਡਿਆਈ ਪ੍ਰਾਪਤ ਹੋਈ। ਜੇ ਕਪੂਰ ਸਿੰਘ ਨਵਾਬ ਕਪੂਰ ਸਿੰਘ ਬਣਿਆ ਹੈ ਉਹ ਸੇਵਾ ਸਦਕਾ। ਸੇਵਾ ਕਰ ਜਿੱਦਣ ਸਰਦਾਰ ਸੁਬੇਗ ਸਿੰਘ ਨਵਾਬੀ ਲੈ ਕੇ ਪਹੁੰਚੇ ਨੇ ਖਾਲਸੇ ਦੇ ਦਰਬਾਰ ਅੰਦਰ,
ਤੇ ਸਾਰੇ ਕਹਿਣ ਲੱਗੇ ਕਿ ਅਸੀਂ ਨਵਾਬੀ ਨਹੀਂ ਲੈਣੀ, ਕੋਈ ਨਵਾਬ ਬਣਨ ਦੇ ਲਈ ਤਿਆਰ ਨਾ ਹੋਵੇ। ਵੇਖੋ ਅੱਜ ਦੇ ਖਾਲਸੇ, ਅੱਜ ਦੇ ਸਿੱਖਾਂ ਦਾ ਕਿਰਦਾਰ ਵੇਖੋ ਤੇ ਪੁਰਾਤਨ ਅੱਜ ਅਸੀਂ ਕੁਰਸੀਆਂ ਦੇ ਲਈ ਲੜਦੇ, ਭਰਾ ਭਰਾਵਾਂ ਦੇ ਖੂਨ ਕੁਰਸੀਆਂ ਦੀ ਖਾਤਰ ਵਹਾਉਂਦੇ ਪਏ ਨੇ, ਡੋਲਦੇ ਪਏ ਨੇ। ਪਰ ਇੱਕ ਉਹ ਸਮਾਂ ਸੀ ਜਦੋਂ ਕੋਈ ਨਵਾਬੀ ਲੈਣ ਦੇ ਲਈ ਤਿਆਰ ਨਹੀਂ ਸੀ, ਕੋਈ ਨਵਾਬੀ ਲੈਣ ਦੇ ਲਈ ਅੱਗੇ ਨਾ ਆਵੇ। ਤੇ ਸਰਦਾਰ ਸੁਬੇਗ ਸਿੰਘ ਕਹਿਣ ਲੱਗੇ ਵੇਖੋ ਹੁਣ ਨਵਾਬੀ ਤੇ ਕੋਈ ਨਾ ਕੋਈ ਪ੍ਰਵਾਨ ਜ਼ਰੂਰ ਕਰੋ, ਕਿਉਂਕਿ ਜੇ ਤੁਸੀਂ ਨਵਾਬੀ ਕਬੂਲ ਨਾ ਕੀਤੀ ਤੇ ਹਕੂਮਤ ਤੇ ਪਹਿਲਾਂ ਹੀ ਸਿੱਖਾਂ ਦੀ ਵੈਰੀ ਬਣ ਕੇ ਸਿੱਖਾਂ ਦਾ ਸ਼ਿਕਾਰ ਕਰ ਰਹੀ ਹੈ। ਘਰ ਘਰ ਸਿੱਖ ਲੱਭ ਕੇ ਕਤਲ ਕੀਤੇ ਜਾ ਰਹੇ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈ ਰਿਹਾ, ਸੂ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾ ਰਿਹਾ। ਜੇ ਅੱਜ ਉਹਨਾਂ ਵੱਲੋਂ ਦਿੱਤੀ ਨਵਾਬੀ ਵੀ ਤੁਸੀਂ ਠੁਕਰਾ ਦਿੱਤੀ, ਉਹਨਾਂ ਨੇ ਹੋਰ ਕਰੂਰਤਾ 'ਚ ਆ ਕੇ ਸਿੱਖ ਪੰਥ ਤੇ ਜ਼ੁਲਮ ਢਾਉਣੇ ਨੇ। ਇਹ ਨਵਾਬੀ ਲਵੋ ਤੇ ਨਵਾਬੀ ਨੂੰ, ਪੰਥ ਨੂੰ ਹੋਰ ਤਕੜਾ ਕਰਨ ਦੇ ਲਈ ਇਸ ਤਾਕਤ ਨੂੰ ਵਰਤੋ। ਪਰ ਹੁਣ ਨਵਾਬੀ ਲਵੇ ਕਿਹੜਾ? ਅਖੀਰ ਫਿਰ ਫੈਸਲਾ ਹੋਇਆ ਕਿ ਕਪੂਰ ਸਿੰਘ ਨੂੰ ਨਵਾਬ ਬਣਾ ਦੇਵੋ। ਤੇ ਕਪੂਰ ਸਿੰਘ ਉਦੋਂ ਕੋਈ ਕੌਮ ਦੇ ਮੁਖੀ ਆਗੂਆਂ ਦੇ ਵਿੱਚੋਂ ਆਗੂ ਨਹੀਂ ਸਨ, ਉਹ ਤੇ ਸੰਗਤ ਦੇ ਵਿੱਚ ਪੱਖਾ ਚੱਲ ਰਹੇ ਸਨ ਜਦੋਂ ਨਵਾਬੀ ਬਾਰੇ ਮੁਖੀ ਸਿੱਖਾਂ ਦੀ ਤੇ ਸਰਦਾਰ ਸੁਬੇਗ ਸਿੰਘ ਦੀ ਗੱਲਬਾਤ ਚੱਲ ਰਹੀ ਸੀ। ਕਹਿਣ ਲੱਗੇ ਉਹ ਪੱਖਾ ਚੱਲ ਰਹੇ, ਕਪੂਰ ਸਿੰਘ ਨੂੰ ਨਵਾਬ ਬਣਾ ਦੇਵੋ। ਸੱਦਿਆ ਗਿਆ ਕਿ ਕਪੂਰ ਸਿੰਘ ਤੇ ਤੂੰ ਇੱਦਾਂ ਨਾ ਸਮਝੀ ਕਿ ਇਹ ਜ਼ਕਰੀਆ ਖਾਨ ਵੱਲੋਂ ਭੇਜੀ ਨਵਾਬੀ ਹੈ, ਇਹ ਖਾਲਸਾ ਪੰਥ ਵੱਲੋਂ ਤੈਨੂੰ ਨਵਾਬੀ ਦਿੱਤੀ ਜਾ ਰਹੀ ਹੈ ਤੇ ਤੂੰ ਨਵਾਬੀ ਨੂੰ ਕਬੂਲ ਕਰ। ਅੱਗੋਂ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਪੰਥ ਦਾ ਹੁਕਮ ਤਾਂ ਸਿਰ ਮੱਥੇ, ਪਰ ਮੇਰੀ ਬੇਨਤੀ ਹੈ ਇੱਕ, ਅੱਜ ਮੈਂ ਸੇਵਾ ਕਰਦਾ ਹਾਂ ਸੰਗਤ ਦੇ ਪੱਖਾ ਝੱਲਣ ਦੀ, ਸੰਗਤ ਦੇ ਜੋੜੇ ਝਾੜਨ ਦੀ, ਸੰਗਤ ਦੇ ਬਰਤਨ ਸਾਫ਼ ਕਰਨ ਦੀ ਔਰ ਘੋੜਿਆਂ ਦੀ ਲਿੱਦ ਚੁੱਕਣ ਦੀ। ਕੱਲ ਨੂੰ ਇਹ ਨਾ ਕਿਉਂ ਕਿ ਤੂੰ ਨਵਾਬ ਬਣ ਗਿਆ ਹੈ ਤੇ ਹੁਣ ਤੂੰ ਇਹ ਸੇਵਾਵਾਂ ਨਹੀਂ ਕਰਨੀਆਂ, ਨਵਾਬੀ ਦੇਣੀ ਹੈ ਤੇ ਦਵੋ, ਪਰ ਮੇਰੇ ਕੋਲੋਂ ਗੁਰੂ ਕੀਆਂ ਸੇਵਾਵਾਂ ਨਾ ਖੋਇਓ, ਮੈਂ ਸੇਵਾ ਉਸੇ ਤਰ੍ਹਾਂ ਕਰਦੇ ਰਹਿਣਾ ਹੈ। ਇਹ ਹੈ ਵੇਖੋ ਉਹਨਾਂ ਸਿੱਖਾਂ ਦਾ ਆਚਾਰ ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ ਤੱਕ ਨਹੀਂ ਸੀ ਤੇ ਗੁਰੂ ਦੀ ਸੇਵਾ ਸਦਕਾ ਅੱਜ ਪੂਰੀ ਦੁਨੀਆ ਜਾਣਦੀ ਹੈ। ਮਹਾਰਾਜ ਕਹਿੰਦੇ ਇਹ ਸੇਵਾ ਦੀ ਬਰਕਤ ਹੈ। ਪਾਛੰ ਕਰੋਤ ਅਗਰ ਨੀਵੈ, ਜਿਹੜੇ ਪਿੱਛੇ ਨੇ ਸੇਵਾ ਕਰਕੇ ਗੁਰੂ ਐਸੀ ਵਡਿਆਈ ਦਾਤਾ, ਐਸੀ ਵਡਿਆਈ ਬਖਸ਼ਦੇ ਨੇ ਕਿ ਉਹ ਸਭ ਤੋਂ ਅੱਗੇ ਹੋ ਨਿਬੜਦੇ ਹਨ। ਨਿਰਾਸੰ ਆਸ ਪੂਰਨ ਹੈ, ਬੰਦਾ ਬਿਲਕੁਲ ਨਿਰਾਸ਼ਾ ਬੈਠਾ ਹੋਵੇ, ਸੇਵਾ 'ਚ ਲੱਗ ਜਾਏ ਤੇ ਗੁਰੂ ਦੀ ਸੇਵਾ ਦੀ ਵਡਿਆਈ ਜੇ ਸੇਵਾ ਕਰਕੇ ਨਿਰਾਸ਼ਿਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ। ਭਾਈ ਆਦਮ, ਇਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ ਤੇ ਔਲਾਦ ਖਾਤਰ ਇਹਨਾਂ ਬਹੁਤ ਕੋਸ਼ਿਸ਼ਾਂ ਕੀਤੀਆਂ, ਯਤਨ ਕੀਤੇ, ਇਲਾਜ ਕੀਤੇ, ਕਈਆਂ ਜਗ੍ਹਾ ਤੇ ਜਾ ਕੇ ਠੋਕਰਾਂ ਖਾਧੀਆਂ, ਨੱਕ ਰਗੜੇ, ਪਰ ਗੱਲ ਨਾ ਬਣੀ। ਫਿਰ ਕਿਸੇ ਨੇ ਦੱਸਿਆ ਭਾਈ ਆਦਮ ਜੇ ਔਲਾਦ ਚਾਹੁੰਦਾ ਹੈ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਸੇਵਾ 'ਚ ਲੱਗ ਜਾ, ਗੁਰੂ ਰਾਮਦਾਸ ਦੇ ਘਰ ਬੜੀਆਂ ਬਰਕਤਾਂ, ਉਹ ਨਿਰਾਸ਼ਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਘਰ ਦਾਤੇ ਦੇ ਸਾਰੀਆਂ ਹੀ ਦਾਤਾਂ ਨੇ, ਪਰ ਮਿਲਦੀਆਂ ਉਹਨੂੰ ਨੇ ਜਿਹਨੂੰ ਤਰੁੱਠ ਕੇ ਦਾਤਾਂ ਬਖਸ਼ਦਾ ਹੈ। ਤੇ ਦਾਤਾ ਦਾਤਾਂ ਬਖਸ਼ਦਾ ਕਿਹਨੂੰ ਹੈ? ਜਿਹੜਾ ਨਿਮਾਣਾ ਬਣ ਕੇ ਸੇਵਾ 'ਚ ਲੱਗ ਗਿਆ। ਭਾਈ ਆਦਮ ਨੂੰ ਦੱਸਿਆ ਗਿਆ ਕਿ ਗੁਰੂ ਕੇ ਦਰਬਾਰ 'ਚ ਬੜੀਆਂ ਬਰਕਤਾਂ ਨੇ, ਮੰਗਣ ਦੀ ਵੀ ਲੋੜ ਨਹੀਂ ਹੈ, ਉਤੇ ਅਣ ਮੰਗਿਆ ਦਾਨ ਦੇਵਣਾ ਸਭਨਾਹਾਂ ਜੀਆਂ। ਇੱਕ ਜਗ੍ਹਾ ਸਤਿਗੁਰੂ ਦੇ ਬੜੇ ਪਿਆਰੇ ਬਚਨ ਨੇ, ਕਹਿੰਦੇ ਮਾਲਕ ਦੇ ਘਰ ਦੀ ਇਹ ਵੱਡੀ ਵਡਿਆਈ ਹੈ ਕਿ ਕੋਈ ਚੁਗਲਖੋਰ ਚੁਗਲੀ ਦੇ ਬੋਲ ਬੋਲੇ, ਇਹ ਆ ਕੇ ਗੁਰੂ ਕੋਲ ਅਰਦਾਸ ਕੋਈ ਕਰੇ ਕਿ ਜੀ ਫਲਾਣੇ ਨੂੰ ਇਹ ਦਾਤ ਨਾ ਦਿਓ। ਚੰਗੀਆਂ ਅਰਦਾਸਾਂ ਤੇ ਆਪਾਂ ਸਾਰੇ ਕਰਦੇ, ਪਰ ਐਸੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਦੀ ਮੱਤ ਐਸੀ ਭ੍ਰਿਸ਼ਟੀ ਹੁੰਦੀ ਹੈ, ਉਹ ਸੁੱਖ ਨਹੀਂ ਮੰਗਦੇ, ਉਹ ਦੂਜਿਆਂ ਦੇ ਦੁੱਖ ਹੀ ਮੰਗਦੇ, ਮਾੜੀਆਂ ਚੀਜ਼ਾਂ ਹੀ ਮੰਗਦੇ। ਉਹਨਾਂ ਦੇ ਮੁੱਖੋਂ ਵੀ ਜਦੋਂ ਬੋਲ ਨਿਕਲਣਗੇ ਤੇ ਇੱਦਾਂ ਦੇ ਹੀ ਮਾੜੇ ਬੋਲ ਨਿਕਲਣਗੇ। ਸਰਬੱਤ ਦੇ ਭਲੇ ਵਾਲੀ ਗੱਲ ਉਹਨਾਂ ਦੇ ਜ਼ੁਬਾਨ ਤੇ ਨਹੀਂ ਆਉਂਦੀ, ਉਹ ਤੇ ਦੂਜਿਆਂ ਦੇ ਸੁੱਖ ਵੇਖ ਵੇਖ ਕੇ ਐਵੇਂ ਹੀ ਸੜਦੇ ਬਲਦੇ ਜੀਓ ਤਪਤੈ ਬਾਰੋ ਬਾਰ। ਤੇ ਮਹਾਰਾਜ ਕਹਿੰਦੇ ਇਹ ਮਾਲਕ ਦੀ ਹਰ ਕੀ ਵਡਿਆਈ ਵੱਡੀ ਹੈ, ਨਾ ਸੁਣਈ ਕਹਿਆ ਚੁਗਲ ਕਾ,
ਇਹ ਵਾਹਿਗੁਰੂ ਦੀ ਵੱਡੀ ਵਡਿਆਈ ਹੈ ਕਿ ਉਹ ਚੁਗਲਖੋਰ ਦੇ ਬੋਲ ਨਹੀਂ ਸੁਣਦਾ ਹੈ, ਚੁਗਲਖੋਰ ਦੇ ਬੋਲ ਨਹੀਂ ਸੁਣਦਾ। ਹਰ ਕੀ ਵਡਿਆਈ ਵੱਡੀ ਹੈ, ਨਾ ਸੁਣਈ ਕਹਿਆ ਚੁਗਲਕਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵਕਾ। ਉਹਨੇ ਜਦੋਂ ਦਾਤ ਦੇਣੀ ਕਿਸੇ ਨੂੰ ਪੁੱਛ ਕੇ ਨਹੀਂ ਦੇਣੀ, ਉਹਨੇ ਤੁਰ ਉੱਠ ਕੇ ਆਪਣੇ ਆਪ ਨਿਹਾਲ ਕਰ ਦੇਣਾ, ਆਪਣੇ ਆਪ ਨਿਹਾਲ ਕਰ ਦੇਣਾ। ਭਾਈ ਆਦਮ ਨੂੰ ਕਹਿਣ ਲੱਗੇ ਤੂੰ ਗੁਰੂ ਰਾਮਦਾਸ ਦੇ ਦਰਬਾਰ ਸੇਵਾ ਕਰ। ਜਿੱਦਣ ਗੁਰੂ ਤੁਰ ਉੱਠ ਗਏ ਨਾ, ਮੰਗਣ ਦੀ ਤੇ ਲੋੜ ਹੀ ਨਹੀਂ ਹੈ। ਗੁਰੂ ਤੇ ਅੰਦਰ ਦੀਆਂ ਜਾਣਨ ਵਾਲਾ, ਉਹਨੇ ਆਪੇ ਹੀ ਰਹਿਮਤ ਕਰਕੇ ਨਦਰੋ ਨਦਰੀ ਨਿਹਾਲ ਕਰ ਦੇਣਾ ਹੀ। ਭਾਈ ਆਦਮ ਸੇਵਾ 'ਚ ਲੱਗ ਗਏ। ਰੋਜ਼ ਲੱਕੜਾਂ ਕੱਟ ਕੇ ਲਿਆਉਂਦੇ ਨੇ। ਇੱਕ ਲੱਕੜਾਂ ਦੀ ਪੰਡ ਗੁਰੂ ਕੇ ਲੰਗਰਾਂ 'ਚ ਪਾ ਦਿੰਦੇ ਹਨ, ਇੱਕ ਪੰਡ ਉਹ ਲੱਕੜਾਂ ਦੀ ਕੱਟ ਕੇ ਲਿਆਉਂਦੇ ਵੱਖਰੇ ਰੱਖੀ ਜਾਂਦੇ ਨੇ ਕਿ ਜਿੱਦਣ ਕਿਧਰੇ ਲੋੜ ਪਈ ਇਹ ਲੱਕੜਾਂ ਵੀ ਗੁਰੂ ਕੀ ਸੇਵਾ 'ਚ ਵਰਤੀਆਂ ਜਾਣਗੀਆਂ। ਅਤੇ ਇੱਕ ਦਿਨ ਕੀ ਹੋਇਆ, ਜਿੱਦਾਂ ਅੱਜ ਮੀਂਹ ਬੜਾ ਪੈ ਰਿਹਾ ਹੈ, ਇੱਦਾਂ ਹੀ ਮੀਂਹ ਬੜਾ ਪੈਂਦਾ ਸੀ। ਸਰਦੀਆਂ ਦੇ ਦਿਨ ਸਨ ਅਤੇ ਸੰਗਤਾਂ ਦੇ ਜਥੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਅਤੇ ਠੰਡ ਬੜੀ ਸੀ ਅਤੇ ਠੰਡ ਤੋਂ ਬਚਣ ਦੇ ਲਈ ਅੱਗ ਦਾ ਸੇਕ ਦਾ ਪ੍ਰਬੰਧ ਚਾਹੀਦਾ ਸੀ। ਭਾਈ ਆਦਮ ਨੇ ਵੇਖਿਆ ਕਿ ਹੁਣ ਸੰਗਤ ਨੂੰ ਚਾਹੀਦੀਆਂ ਹਨ ਲੱਕੜਾਂ, ਅਤੇ ਜਿੱਥੇ ਉਹਨਾਂ ਨੇ ਲੱਕੜਾਂ ਲਿਆ ਕੇ ਢੇਰ ਲਾਇਆ ਸੀ, ਉੱਥੋਂ ਲੱਕੜਾਂ ਜਿੱਥੇ ਜਿੱਥੇ ਸੰਗਤ ਦੇ ਡੇਰੇ ਲੱਗੇ ਸਨ, ਰਹਿਣ ਦਾ ਸੰਗਤ ਦਾ ਪ੍ਰਬੰਧ ਸੀ, ਉੱਥੇ ਉੱਥੇ ਲੱਕੜਾਂ ਪਹੁੰਚਾ ਦਿੱਤੀਆਂ। ਸਭ ਥਾਵਾਂ 'ਤੇ ਬਾਲਣ ਪਹੁੰਚ ਗਿਆ, ਅੱਗ ਬਾਲੀ ਗਈ, ਸਾਰੇ ਅੱਗ ਦਾ ਸੇਕ ਲੈ ਰਹੇ, ਠੰਡ ਤੋਂ ਬਚ ਰਹੇ ਨੇ। ਗੁਰੂ ਰਾਮਦਾਸ ਸਾਹਿਬ ਨੇ ਵੇਖਿਆ ਕਿ ਇੰਨੇ ਮੀਂਹ 'ਚ ਇੰਨੀਆਂ ਲੱਕੜਾਂ ਦਾ ਪ੍ਰਬੰਧ ਕਿਹਨੇ ਕਰ ਦਿੱਤਾ। ਸਿੱਖ ਕਹਿਣ ਲੱਗੇ ਮਹਾਰਾਜ ਇਹ ਭਾਈ ਆਦਮ ਦੀ ਸੇਵਾ ਹੈ। ਜਾਣਦੇ ਤੇ ਸਤਿਗੁਰੂ ਸਨ। ਤੇ ਮਹਾਰਾਜ ਨੇ ਸੱਦ ਲਿਆ ਭਾਈ ਆਦਮ ਨੂੰ। ਮਹਾਰਾਜ ਕਹਿਣ ਲੱਗੇ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹਾਂ। ਮੰਗ ਭਾਈ ਆਦਮ ਕੀ ਮੰਗਣਾ ਹੈ, ਜੋ ਮੰਗੇਗਾ ਮਿਲੇਗਾ। ਗੁਰੂ ਨਾਨਕ ਦੇ ਘਰ ਦੇ ਬਖਸ਼ਿਸ਼ਾਂ ਦੇ ਦਰਵਾਜ਼ੇ ਤੇਰੇ ਲਈ ਖੁੱਲ੍ਹੇ ਨੇ। ਵੇਖੋ ਅਸੀਂ ਤਾਂ ਰੋਜ਼ ਗੁਰੂ ਕੋਲੋਂ ਆ ਕੇ ਮੰਗਦੇ ਹਾਂ, ਪਰ ਉਹ ਦਿਨ ਕੈਸਾ ਸਿੱਖ ਦੇ ਲਈ ਸੁਭਾਗਾ ਦਿਨ ਜਦੋਂ ਗੁਰੂ ਕਹਿ ਰਹੇ ਨੇ ਮੰਗ, ਮੈਂ ਕੁਝ ਦੇਣਾ ਚਾਹੁੰਦਾ, ਤੂੰ ਮੰਗ, ਜੋ ਮੰਗੇਗਾ ਮਿਲੇਗਾ। ਤੇ ਗੁਰੂ ਜੋ ਚਾਹੁਣ ਦੇ ਸਕਦੇ ਹਨ, ਕਿਉਂਕਿ ਮਾਲਕ ਦੇ ਘਰ ਤੇ ਸਾਰੀਆਂ ਦਾਤਾਂ ਹੀ ਹਨ। ਔਰ ਗੁਰ ਤੁਠੈ ਨੌ ਨਿਧ ਪਾਈਆਂ। ਮਹਾਰਾਜ ਕਹਿਣ ਲੱਗੇ ਮੰਗੋ ਕੀ ਚਾਹੀਦਾ। ਪਰ ਕਿਉਂਕਿ ਭਾਈ ਆਦਮ ਹੁਣ ਮੰਗਣਾ ਤੇ ਚਾਹੁੰਦੇ ਸਨ ਕਿ ਔਲਾਦ ਨਹੀਂ ਹੈ, ਤੇ ਗੁਰੂ ਕਿਰਪਾ ਕਰਨ ਘਰ 'ਚ ਔਲਾਦ ਹੋਵੇ, ਪਰ ਉਮਰ ਵੀ ਕਾਫੀ ਵਡੇਰੀ ਹੋ ਚੁੱਕੀ ਸੀ, ਦਾੜਾ ਸਾਰਾ ਚਿੱਟਾ ਸੀ। ਭਰੀ ਸੰਗਤ ਦੇ ਵਿੱਚ ਭਾਈ ਆਦਮ ਕੋਲੋਂ ਹਿੰਮਤ ਨਾ ਪਈ ਕਿ ਮੈਂ ਹੁਣ ਇਸ ਉਮਰੇ ਕੀ ਕਵਾਂ ਜੀ ਮੈਨੂੰ ਔਲਾਦ ਬਖਸ਼ੋ, ਸਿੱਖ ਕੀ ਸੋਚਣਗੇ। ਕੁਝ ਸ਼ਰਮਾ ਗਏ, ਕੁਝ ਝੱਕ ਗਏ ਭਾਈ ਆਦਮ। ਕਿੰਨੀ ਦੇਰ ਸਤਿਗੁਰਾਂ ਨੇ ਕਿਹਾ ਮੰਗ, ਪਰ ਇਹਨੇ ਮੰਗਿਆ ਕੁਝ ਨਾ। ਤੇ ਸਤਿਗੁਰੂ ਕਹਿਣ ਲੱਗੇ ਕੋਈ ਨਾ ਭਾਈ ਆਦਮ, ਹੁਣ ਤੂੰ ਚਲਿਆ ਜਾ, ਕੱਲ ਨੂੰ ਤੂੰ ਫੇਰ ਆਵੀਂ, ਸਵੇਰੇ ਆ ਕੇ ਮੰਗ ਲਵੀਂ। ਜੇ ਹੁਣ ਨਹੀਂ ਸੁੱਝ ਰਿਹਾ ਸਵੇਰੇ ਮੰਗ ਲਵੀਂ, ਦਾਤ ਸਵੇਰੇ ਮਿਲ ਜਾਏਗੀ। ਘਰ ਗਿਆ, ਘਰ ਵਾਲੀ ਨੂੰ ਦੱਸਿਆ ਕਿ ਗੁਰੂ ਅੱਜ ਸਾਡੇ ਤੇ ਬੜੇ ਪ੍ਰਸੰਨ ਹੋਏ, ਗੁਰੂ ਨੇ ਸਾਡੀ ਸੇਵਾ ਆਪਣੇ ਘਰ ਕਬੂਲ ਕਰ ਲਈ ਹੈ, ਸੇਵਾ ਕੀਤੀ ਸਫਲ ਹੈ। ਜੇ ਸਤਿਗੁਰ ਕਾ ਮਨ ਮੰਨਿਆ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਭਲ ਪੰਨੈ। ਗੁਰੂ ਨੇ ਸਾਡੀ ਸੇਵਾ ਕਬੂਲ ਕਰ ਲਈ ਹੈ, ਸਾਡੇ ਲਈ ਬਖਸ਼ਿਸ਼ਾਂ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਤੇ ਘਰ ਵਾਲੀ ਕਹਿਣ ਲੱਗੀ ਜੀ ਫਿਰ ਔਲਾਦ ਮੰਗ ਲੈਂਦੇ। ਕਹਿਣ ਲੱਗੇ ਮੰਗਣਾ ਤੇ ਚਾਹੁੰਦਾ ਸਾਂ, ਪਰ ਆ ਚਿੱਟੇ ਦਾੜੇ ਕਰਕੇ ਮੰਗਣ ਦੀ ਹਿੰਮਤ ਨਹੀਂ ਕਰ ਸਕਿਆ। ਸਾਰੀ ਰਾਤ ਦੋਵੇਂ ਜੀ ਸੋਚਾਂ 'ਚ ਪਏ ਕਿ ਹੁਣ ਕਿੱਦਾਂ ਸਵੇਰੇ ਗੁਰੂ ਰਾਮਦਾਸ ਸਾਹਿਬ ਦੇ ਕੋਲ ਕਹਿਣ ਦੀ ਹਿੰਮਤ ਕਰਾਂਗੇ। ਦੂਜੇ ਦਿਨ ਸਿੱਖ ਗਿਆ, ਪਰ ਫਿਰ ਹਿੰਮਤ ਨਾ ਕਰ ਸਕਿਆ ਗੁਰੂ ਕੋਲੋਂ ਮੰਗ ਮੰਗਣ ਦੀ। ਹੱਥ ਜੋੜੇ ਗੁਰੂ ਕਾ ਸ਼ੁਕਰ ਕਰਦਿਆਂ ਸਵੇਰੇ ਵੀ ਵਾਪਸ ਆ ਗਿਆ। ਤੇ ਜਿੱਥੇ ਇਹ ਰਹਿੰਦੇ ਸਨ ਗੁਰੂ ਰਾਮਦਾਸ ਸਾਹਿਬ, ਉੱਥੇ ਪਹੁੰਚ ਗਏ। ਇਹਨੇ ਵੇਖਿਆ ਸਤਿਗੁਰੂ ਆ ਗਏ ਹਨ। ਮਹਾਰਾਜ ਦੇ ਚਰਨਾਂ 'ਚ ਸਿਰ ਝੁਕਾਇਆ, ਮਹਾਰਾਜ ਤੁਸੀਂ ਆਉਣ ਦੀ ਖੇਚਲ ਕਿਉਂ ਕੀਤੀ, ਹੁਕਮ ਭੇਜਦੇ, ਮੈਂ ਤੁਹਾਡੇ ਚਰਨਾਂ 'ਚ ਸੇਵਾ ਦੇ ਲਈ ਪਹੁੰਚ ਜਾਂਦਾ। ਤੇ ਸਤਿਗੁਰੂ ਕਹਿਣ ਲੱਗੇ ਭਾਈ ਆਦਮ, ਜਦੋਂ ਮੰਗਣ ਵਾਲਾ ਨਾ ਮੰਗੇ ਤੇ ਦੇਣ ਵਾਲੇ ਨੂੰ ਆਪ ਆਉਣਾ ਪੈਂਦਾ ਹੈ। ਅਸੀਂ ਤੈਨੂੰ ਔਲਾਦ ਦੀ ਦਾਤ ਬਖਸ਼ਣ ਦੇ ਲਈ ਆਏ ਹਾਂ। ਮਹਾਰਾਜ ਨੇ ਰਹਿਮਤ ਕਰਕੇ ਅਸੀਸ ਬਖਸ਼ੀ, ਕਿਹਾ ਤੁਹਾਡੇ ਘਰ ਔਲਾਦ ਗੁਰੂ ਨਾਨਕ ਦੀ ਕਿਰਪਾ ਸਦਕਾ ਹੋਏਗੀ, ਬਸ ਨਾਮ ਭਾਈ ਭਗਤੂ ਰੱਖ ਲਿਓ।
ਤੇ ਗੁਰੂ ਕਿਰਪਾ ਵਰਤੀ, ਇਹਨਾਂ ਦੇ ਘਰ ਬੱਚੇ ਦਾ ਜਨਮ, ਭਾਈ ਭਗਤੂ ਉਹਦਾ ਨਾਮ ਰੱਖਿਆ। 7ਵੇਂ ਪਾਤਸ਼ਾਹ ਤੱਕ ਫਿਰ ਉਹ ਭਾਈ ਭਗਤੂ ਗੁਰੂ ਘਰ ਦੀ ਸੇਵਾ ਕਰਦੇ ਰਹੇ। ਸੋ ਇਹ ਨਿਰਾਸੰਗ ਆਸ ਪੂਰਨ ਹੈ। ਜਿਨ੍ਹਾਂ ਨੇ ਆਸ ਉਮੀਦ ਹੀ ਛੱਡ ਦਿੱਤੀ ਕਿ ਸਾਨੂੰ ਕੁਝ ਮਿਲ ਸਕਦਾ ਹੈ, ਗੁਰੂ ਦੀ ਸੇਵਾ 'ਚ ਇੰਨੀ ਵਡਿਆਈ ਹੈ ਕਿ ਨਿਰਾਸਿਆਂ ਦੀਆਂ ਆਸਾਂ ਵੀ ਗੁਰੂ ਦੀ ਸੇਵਾ ਦੀ ਬਰਕਤ ਸਦਕਾ ਪੂਰੀਆਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਪਾਛੰ ਕਰੋਤ ਅਗਰ ਨੀਵੈ, ਨਿਰਾਸੰਗ ਆਸ ਪੂਰਨੈ, ਨਿਰਧਨ ਭਯੰਗ ਤਨਵੰਤੈ, ਰੋਗੀਅੰ ਰੋਗ ਖੰਡਣੈ। ਨਿਰਧਨ ਭਾਵ ਧਨ ਤੋਂ ਹੀਣਾ, ਗਰੀਬ ਕੰਗਾਲ। ਹੁਣ ਕੋਈ ਗਰੀਬ ਕੰਗਾਲ ਹੋਵੇ, ਸੇਵਾ 'ਚ ਜੁੜ ਜਾਏ ਤੇ ਗੁਰੂ ਬੜੀਆਂ ਰਹਿਮਤਾਂ ਵਰਤਾਉਂਦੇ ਜੇ, ਗਰੀਬੀਆਂ ਕੱਟ ਦਿੰਦੇ ਹਨ ਜੀਵਨ 'ਚੋਂ, ਪਰ ਭਰੋਸੇ ਦੇ ਨਾਲ ਸੇਵਾ 'ਚ ਜੁੜ ਜਾਏ। ਸੇਵਾ 'ਚ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ। ਉਹਨੂੰ ਪਦਾਰਥਾਂ ਪਿੱਛੇ ਭਟਕਣ ਦੀ ਲੋੜ ਨਹੀਂ ਪੈਂਦੀ, ਪਦਾਰਥ ਆਪਣੇ ਆਪ ਉਸ ਸੇਵਕ ਦੇ ਪਿੱਛੇ ਲੱਗ ਤੁਰਦੇ ਨੇ ਜਿਹੜਾ ਸੇਵਾ ਦੇ ਰਸਤੇ ਤੇ ਤੁਰਦਾ ਹੈ। ਰੋਗੀਆਂ ਰੋਗ ਖੰਡਣ ਹੈ, ਔਰ ਸੇਵਾ ਸਦਕਾ ਰੋਗੀਆਂ ਨੂੰ ਰੋਗਾਂ ਤੋਂ ਮੁਕਤੀ ਮਿਲ ਜਾਂਦੀ। ਇਹ ਵੀ ਗੁਰੂ ਦੀ ਸੇਵਾ ਔਰ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਹੈ। ਠੀਕ ਹੈ, ਦਵਾਈਆਂ ਖਾਣੀਆਂ ਆਪਣੀ ਜਗ੍ਹਾ ਤੇ ਜ਼ਰੂਰੀ ਹਨ, ਪਰ ਔਖਦ ਆਵੈ ਰਾਸ ਵਿੱਚ ਆਪ ਖਲੋਇਆ। ਖਾਧੀ ਹੋਈ ਦਵਾਈ ਵੀ ਤਾਂ ਹੀ ਸਫਲੀ ਪੈਂਦੀ ਹੈ ਜੇ ਦਾਤੇ ਦੀ ਰਹਿਮਤ ਹੈ, ਨਹੀਂ ਤੇ ਦਵਾਈਆਂ ਤੇ ਉਹ ਵੀ ਬੜੀਆਂ ਖਾਂਦੇ ਨੇ ਜਿਹੜੇ ਹਸਪਤਾਲਾਂ 'ਚੋਂ ਵਾਪਸ ਘਰ ਨਹੀਂ ਆਉਂਦੇ, ਜਿਨ੍ਹਾਂ ਦੇ ਜੀਵਨ ਦੀ ਖੇਡ ਉੱਥੇ ਹੀ ਮੁੱਕ ਜਾਂਦੀ ਹੈ। ਦਵਾਈਆਂ ਤੇ ਉਹ ਵੀ ਖਾਂਦੇ ਹਨ। जो बात दुआ से नहीं होती वो बात दुआ से होती है, जब मुर्शिद कामल मिल जाए तो बात खुदा से होती है। जिहड़ी गल दवाइयां दारू दे नाल भी नहीं बनती, वो गल गुरु की रहमत सदका बनती। इसे करके तो वड्डे वड्डे हस्पतालों के विच भी कई बार डॉक्टर अपनी पूरी वाह लाउंदे हन। जो बेस्ट तो बेस्ट उन्हां दे कोल हुंदा है वो करदे हन, पर जदों गल नहीं बनती, मरीज नूं फर्क नहीं पैंदा, उदों फिर वो भी कह दिंदे हन कि हुण ते रब ही बचावे ते बचावे, साडे हत्थ कुछ नहीं है। हुण ते गुरु अगे ही हत्थ जोड़ो कि वो तंदुरुस्ती बख्शे। इस करके सिरमौर तां फिर मेरा वैद गुरु गोबिंदा, हर हर नाम औखद मुख देवै, काटै जम की फंदा। हुण ये भरोसे की गल है, विश्वास की गल है। जिहदा विश्वास बन गया ਉਹਨੂੰ ਤੇ ਸਾਰੀਆਂ ਦਾਤਾਂ ਤੇ ਤੰਦਰੁਸਤੀਆਂ ਮਿਲਦੀਆਂ ਨੇ, ਤੇ ਜਿਹੜਾ ਤਰਕ ਹੀ ਕਰਦਾ ਰਵੇ ਉਹ ਫਿਰ ਤਰਕਾਂ ਤੱਕ ਹੀ ਅਟਕਿਆ ਰਹਿੰਦਾ ਹੈ, ਉਹ ਕੁਝ ਪ੍ਰਾਪਤ ਨਹੀਂ ਕਰ ਪਾਉਂਦਾ। ਇਹ ਖੇਡ ਵਿਸ਼ਵਾਸ ਤੇ ਭਰੋਸੇ ਦੀ ਖੇਡ ਹੈ, ਧਰਮ ਦੀ ਖੇਡ। ਜਿਹਦੇ ਹਿਰਦੇ 'ਚ ਪ੍ਰਤੀਤ ਆ ਗਈ, ਪ੍ਰੀਤ ਆ ਗਈ, ਭਰੋਸਾ ਬਣ ਗਿਆ, ਉਹਨੂੰ ਤੇ ਸਾਰੀਆਂ ਦਾਤਾਂ ਗੁਰੂ ਕੇ ਦਰ ਤੋਂ ਪ੍ਰਾਪਤ ਹੁੰਦੀਆਂ ਨੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਕੋ ਬਿਗਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਸੋ ਮਹਾਰਾਜ ਕਹਿੰਦੇ ਰੋਗੀਆਂ ਦੇ ਰੋਗ ਮੁੱਕ ਜਾਂਦੇ ਨੇ ਸੇਵਾ ਦੀ ਬਰਕਤ ਸਦਕਾ। ਗਰੀਬਾਂ ਕੰਗਾਲਾਂ ਦੀਆਂ ਕੰਗਾਲੀਆਂ ਖਤਮ ਹੋ ਜਾਂਦੀਆਂ ਨੇ ਸੇਵਾ ਦੀ ਬਰਕਤ। ਵੈਸੇ ਇਤਿਹਾਸ ਦੀਆਂ ਬੜੀਆਂ ਘਟਨਾਵਾਂ ਨੇ, ਜੇ ਆਪਾਂ ਕੱਲੀ ਕੱਲੀ ਗੱਲ ਤੇ ਸਾਖੀਆਂ ਸਾਂਝੀਆਂ ਕਰਨ ਲੱਗ ਜਾਵਾਂਗੇ ਵਿਚਾਰ ਬੜੀ ਲੰਬੇਰੀ ਹੋ ਜਾਏਗੀ। ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ। ਇੱਥੇ ਭਗਤਿਅੰ ਇਹਦੇ ਪੈਰ 'ਚ ਹਲੰਤ ਦੀ ਮਾਤਰਾ ਲੱਗੀ ਹੈ। ਭਗਤਿਅੰ ਸ਼ਬਦ ਦਾ ਉਚਾਰਨ ਤੱਤੇ ਦੇ ਸਿਹਾਰੀ ਅੱਗੇ ਐੜਾ ਲਗਾ ਕੇ ਉੱਪਰ ਟਿੱਪੀ ਲਗਾ ਕੇ ਕਰਨਾ ਹੈ। ਭਗਤਿਅੰ ਤੇ ਇਹਦੇ ਤੋਂ ਅੱਗੇ ਜਿਹੜਾ ਸ਼ਬਦ ਹੈ ਭਗਤ, ਭੱਬਾ ਗੱਗਾ ਤੇ ਤੱਤੇ ਦੇ ਸਿਹਾਰੀ। ਭਗਤ ਲਫ਼ਜ਼ ਗੁਰਬਾਣੀ 'ਚ 3 ਰੂਪਾਂ 'ਚ ਆਉਂਦਾ ਹੈ। ਭਗਤ ਦੇ ਤੱਤਾ ਮੁਕਤਾ ਵੀ ਹੈ, ਭਗਤ ਦੇ ਤੱਤੇ ਦੇ ਔਂਕੜ ਲੱਗਿਆ ਵੀ ਹੈ, ਔਰ ਭਗਤ ਦੇ ਤੱਤੇ ਦੇ ਸਿਹਾਰੀ ਵੀ ਲੱਗੀ ਹੈ। ਆਪਾਂ ਸੋਦਰ ਅੰਦਰ ਪੜ੍ਹਦੇ ਹਾਂ, ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਇਹ ਪੰਕਤੀ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਬਹੁਤੇ ਭਗਤਾਂ ਦੀ ਗੱਲ ਕੀਤੀ ਹੈ। ਜਿੱਥੇ ਉੱਥੇ ਭਗਤ ਦੇ ਤੱਤੇ ਦੇ ਔਂਕੜ ਨਹੀਂ ਹੈ। ਸੇ ਭਗਤ ਭੱਬਾ ਗੱਗਾ ਤੱਤਾ ਹੈ, ਔਂਕੜ ਨਹੀਂ ਲੱਗਿਆ ਤੱਤੇ ਦੇ। ਜਿੱਥੇ ਬਾਣੀ 'ਚ ਬਹੁਤੇ ਭਗਤਾਂ ਦੀ ਗੱਲ ਕੀਤੀ ਹੈ ਉੱਥੇ ਭਗਤ ਤੱਤਾ ਮੁਕਤਾ ਹੈ।
ਤੱਤੇ ਤੇ ਕੋਈ ਮਾਤਰਾ ਨਹੀਂ, ਨਾ ਸਿਹਾਰੀ ਨਾ ਔਂਕੜ, ਜਿੱਥੇ ਬਹੁਤੇ ਭਗਤਾਂ ਦੀ ਗੱਲ ਹੈ। ਔਰ ਜਿੱਥੇ ਇੱਕ ਭਗਤ ਦੀ ਗੱਲ ਆਏਗੀ ਉੱਥੇ ਭਗਤ ਦੇ ਤੱਤੇ ਦੇ ਔਂਕੜ ਹੈ। ਪਰ ਕਈ ਥਾਵਾਂ ਤੇ ਲਿਖਿਆ ਭਗਤੀ ਹੈ, ਉਹਦੇ ਅਰਥ ਭਗਤੀ ਹੁੰਦੇ ਹਨ। ਤੇਰੀ ਭਗਤ, ਤੇਰੀ ਭਗਤ ਸੋਦਰ 'ਚ ਆਪਾਂ ਪੜ੍ਹਦੇ ਹਾਂ, ਤੇਰੀ ਤੋਂ ਪਤਾ ਲੱਗ ਜਾਂਦਾ ਹੈ ਭਾਵੇਂ ਅੱਗੇ ਭਗਤ ਹੈ ਪਰ ਗੱਲ ਭਗਤੀ ਦੀ ਕੀਤੀ ਹੈ। ਜਿੱਥੇ ਤੱਤੇ ਦੇ ਸਿਹਾਰੀ ਲੱਗ ਕੇ ਭਗਤ ਸ਼ਬਦ ਆਏਗਾ ਉਹਦਾ ਭਾਵ ਹੈ ਭਗਤੀ। ਉਹ ਇਸਤਰੀਵਾਚਕ ਸ਼ਬਦ ਹੈ, ਭਗਤੀ ਦੇ ਲਈ ਉਹ ਸ਼ਬਦ ਆਉਂਦਾ ਹੈ। ਇੱਥੇ ਮਹਾਰਾਜ ਕਹਿੰਦੇ ਭਗਤਿਅੰਗ ਭਗਤ ਦਾਨੰ, ਤੱਤੇ ਦੇ ਸਿਹਾਰੀ ਹੈ ਭਾਵ ਭਗਤੀ। ਜਿਹੜੇ ਸੇਵਾ 'ਚ ਜੁੜਦੇ ਨੇ ਭਗਤ ਬਿਰਤੀ ਵਾਲੇ, ਮਾਲਕ ਰਹਿਮਤ ਕਰਕੇ ਉਹਨਾਂ ਨੂੰ ਭਗਤੀ ਦਾ ਦਾਨ ਬਖਸ਼ਦੇ ਹਨ। ਰਾਮ ਨਾਮ ਗੁਣ ਕੀਰਤਨ ਹੈ, ਉਹਨਾਂ ਨੂੰ ਮਾਲਕ ਦੇ ਦਰ ਤੋਂ ਨਾਮ ਦੀ ਦਾਤ, ਗੁਣਾਂ ਦੀ ਦਾਤ, ਕੀਰਤੀ ਕੀਰਤਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਸੇਵਾ ਕਰਦੇ ਹਨ। ਪਾਰ ਬ੍ਰਹਮ ਪੁਰਖ ਦਾ ਤਾਰੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ ਤੇ। ਇਹ ਸ਼ਬਦ ਥੋੜਾ ਧਿਆਨ ਦੇ ਨਾਲ ਪੜਨ ਵਾਲਾ ਹੈ। ਗੁਰ ਸੇਵਾ ਕਿੰਗ ਨਾ ਲੱਭਤੇ, ਕੱਕੇ ਦੇ ਸਿਹਾਰੀ ਤੇ ਉੱਪਰ ਟਿੱਪੀ, ਇਹ ਕੇਵਲ ਇੰਨਾ ਅੱਖਰ ਹੈ, ਨੰਨਾ ਇਹਦੇ ਤੋਂ ਵੱਖਰਾ ਕਰਕੇ ਪੜਿਆ ਜਾਣਾ ਹੈ। ਕਿੰਗ ਇਹਨੂੰ ਪੜਨਾ ਹੈ ਕਿ ਨਾ ਗੁਰੂ ਦੀ ਸੇਵਾ ਕਰਕੇ ਮਹਾਰਾਜ ਕਹਿੰਦੇ ਦੱਸੋ ਕਿਹੜੀ ਦਾਤ ਹੈ ਜਿਹੜੀ ਨਹੀਂ ਲੱਭਦੀ ਹੈ। ਉਹ ਪਾਰ ਬ੍ਰਹਮ ਪੁਰਖ ਦਾਤਾਰ ਹੈ, ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ। ਤੇ ਜਦੋਂ ਬੰਦਾ ਉਹਦੀ ਸੇਵਾ 'ਚ, ਗੁਰੂ ਦੀ ਸੇਵਾ 'ਚ ਜੁੜ ਜਾਂਦਾ, ਸਾਰੀਆਂ ਹੀ ਦਾਤਾਂ ਫਿਰ ਸੇਵਾ ਕਰਨ ਵਾਲੇ ਦੀ ਝੋਲੀ 'ਚ ਪੈਂਦੀਆਂ ਨੇ। ਤੰਦਰੁਸਤੀ ਉਹਨੂੰ ਮਿਲ ਜਾਂਦੀ ਹੈ, ਦੁਨਿਆਵੀ ਸੰਪਦਾ ਵਡਿਆਈ ਉਹਨੂੰ ਮਿਲਦੀ ਹੈ, ਆਸਾਂ ਉਹਦੀਆਂ ਪੂਰਨੀਆਂ ਹੁੰਦੀਆਂ ਨੇ। ਉਹ ਪਿੱਛੇ ਵੀ ਹੋਵੇ ਤੇ ਸੇਵਾ ਸਦਕਾ ਸਭ ਤੋਂ ਅੱਗੇ ਆਗੂ ਹੋ ਨਿਬੜਦਾ ਹੈ। ਔਰ ਭਗਤੀ ਦੀ ਦਾਤ ਵੀ ਉਹਦੀ ਝੋਲੀ 'ਚ ਪੈਂਦੀ ਹੈ ਜਿਹੜਾ ਸੇਵਾ ਦੇ ਰਸਤੇ ਤੇ ਤੁਰ ਪਿਆ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ, ਕਿਛ ਨਾ ਬਸਾਏ। ਸੇਵਾ ਸਦਕਾ। ਇਦੋਂ ਅੱਗੇ 21 ਨੰਬਰ ਸ਼ਲੋਕ 'ਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਵਡਿਆਈ ਦੱਸ ਰਹੇ ਹਨ। ਇਹ 20 ਨੰਬਰ ਸ਼ਲੋਕ 'ਚ ਸੇਵਾ ਦੀ ਵਡਿਆਈ, 21 ਨੰਬਰ ਸ਼ਲੋਕ 'ਚ ਨਾਮ ਦੀ ਵਡਿਆਈ। ਅਥਰੰਗ ਧਰੰਗ ਧਾਰਨੈ, ਨਿਰਦਨੰ ਧਨ ਨਾਮ ਨਰ ਹਰੈ। ਅਥਰੰਗ ਦਾ ਭਾਵ ਹੈ ਬੇਸਹਾਰਾ, ਸਹਾਰੇ ਤੋਂ ਹੀਣੇ, ਆਸਰੇ ਤੋਂ ਵਿਹੂਣੇ। ਜਿਨ੍ਹਾਂ ਦੇ ਕੋਲ ਕੋਈ ਆਸਰਾ ਨਹੀਂ ਹੈ ਉਹਨਾਂ ਦਾ ਆਸਰਾ ਕੀ ਹੈ? ਪਰਮਾਤਮਾ, ਪਰਮਾਤਮਾ ਦਾ ਨਾਮ। ਜਿਹੜੇ ਧਨ ਤੋਂ ਵਿਹੂਣੇ ਹਨ ਉਹਨਾਂ ਨੂੰ ਧਨ ਕਿੱਥੋਂ ਮਿਲਦਾ ਹੈ, ਜਾਂ ਉਹਨਾਂ ਦਾ ਧਨ ਕਿਹੜਾ ਹੈ? ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ। ਭਾਵ ਧਨ ਹੀਣਾ ਨੂੰ ਵਾਹਿਗੁਰੂ ਧਨ ਦੇਣ ਵਾਲਾ ਹੈ ਤੇ ਬੇਆਸਰਿਆਂ ਨੂੰ ਪਰਮਾਤਮਾ, ਪਰਮਾਤਮਾ ਦਾ ਨਾਮ ਆਸਰਾ ਬਖਸ਼ਣ ਵਾਲਾ ਹੈ। ਅਨਾਥ ਨਾਥ ਗੋਬਿੰਦੈ, ਬਲਹੀਣ ਬਲ ਕੇਸ਼ਵੈ। ਜਿਹੜੇ ਅਨਾਥ ਹਨ ਉਹਨਾਂ ਦਾ ਨਾਥ ਕੌਣ ਹੈ? ਪਰਮਾਤਮਾ। ਗੋਬਿੰਦ ਭਾਵ ਧਰਤੀ ਨੂੰ, ਸੰਸਾਰ ਨੂੰ ਸਿਰਜਣ ਵਾਲਾ। ਬਲਹੀਣ ਬਲ ਕੇਸ਼ਵੈ, ਤੇ ਜਿਹੜੇ ਬਿਲਕੁਲ ਬਲਹੀਣ ਹਨ, ਜਿਨ੍ਹਾਂ ਕੋਲ ਕੋਈ ਤਾਕਤ ਨਹੀਂ ਹੈ, ਉਹਨਾਂ ਨੂੰ ਤਾਕਤ ਕਿੱਥੋਂ ਮਿਲਦੀ? ਤਾਕਤ ਕੌਣ ਬਖਸ਼ਦਾ ਹੈ? ਵਾਹਿਗੁਰੂ। ਤਾਕਤ ਦੇਣ ਵਾਲਾ ਮੂਲ ਪਰਮਾਤਮਾ ਹੈ। ਹੁਣ ਕੋਈ ਇਸ ਚੀਜ਼ ਨੂੰ ਕਬੂਲ ਕਰੇ, ਕੋਈ ਨਾ ਕਰੇ, ਗੱਲ ਵੱਖਰੀ ਹੈ, ਪਰ ਅਸਲੀ ਗੁਰੂ ਕਹਿੰਦੇ ਸਾਡੇ ਤਾਣ ਦਾ ਸਰੋਤ ਪਰਮਾਤਮਾ ਹੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਹੁਤ ਐਸੇ ਨੇ ਜਿਹੜੇ ਨਾ ਸ਼ੁਕਰੇ ਵੀ ਹਨ, ਪਰ ਬਹੁਤ ਐਸੇ ਵੀ ਨੇ ਜਿਹੜੇ ਸ਼ੁਕਰ ਕਰਦੇ ਹਨ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਮਾਲਕ ਤਾਣ ਬਖਸ਼ਿਆ, ਉਹ ਸ਼ੁਕਰ ਕਰਦੇ ਹਨ, ਮੇਰੇ ਦਾਤਾ ਤੂੰ ਤਾਣ ਬਖਸ਼ਣ ਵਾਲਾ ਹੈ, ਤੂੰ ਬਲ ਦਾ ਮਾਲਕ ਹੈ, ਤਾਕਤ ਦਾ ਮਾਲਕ ਹੈ। ਉਹ ਦਾਤ ਉਹਨਾਂ ਦੀ ਝੋਲੀ 'ਚ ਪੈਂਦੀ ਹੈ। ਉਹ ਦਾਤ ਦਾ ਗੁਮਾਨ ਅਭਿਮਾਨ ਨਹੀਂ ਕਰਦੇ। ਉਹ ਕਹਿੰਦੇ ਹਨ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਹੈ ਮਾਲਕ ਜੀ ਤੁਸੀਂ ਦਾਤਾਂ ਦੇਣ ਵਾਲੇ ਹੋ। ਸੋ ਮਹਾਰਾਜ ਕਹਿੰਦੇ ਉਹ ਮਾਲਕ ਦੀ ਵਡਿਆਈ ਹੈ ਕਿ ਉਹ ਬਲਹੀਣਾਂ ਨੂੰ ਬਲ ਬਖਸ਼ਦਾ ਹੈ।
ਕਿਸੇ ਨੂੰ ਧਨ ਦਾ ਬਲ ਬਖਸ਼ੇ, ਕਿਸੇ ਨੂੰ ਸਰੀਰਕ ਤਾਕਤ ਦਾ ਬਲ ਬਖਸ਼ੇ, ਕਿਸੇ ਨੂੰ ਵਿਦਿਆ ਦਾ ਬਲ ਬਖਸ਼ੇ, ਹਰ ਤਰ੍ਹਾਂ ਦਾ ਰਾਜ ਵਡਿਆਈ ਦਾ ਬਲ ਬਖਸ਼ੇ। ਉਹ ਬਲ ਤਾਣ ਬਖਸ਼ਣ ਵਾਲਾ ਹੈ। ਸਰਬ ਭੂਤ ਦਿਆਲ ਅਚੁੱਤ, ਦੀਨ ਬਾਂਧਵ ਦਮੋਦਰ ਹੈ। ਇੱਥੇ ਸ਼ਬਦ ਆਇਆ ਹੈ ਸਰਬ ਭੂਤ। ਭੂਤ ਲਫ਼ਜ਼ ਇੱਕ ਤੇ ਭੂਤ ਕਾਲ ਜਿਹੜਾ ਪਿੱਛੇ ਲੰਘ ਚੁੱਕਿਆ ਸਮਾਂ ਹੁੰਦਾ ਹੈ, ਉਹਦੇ ਲਈ ਵੀ ਵਰਤਿਆ ਜਾਂਦਾ ਜਿਹੜਾ ਸਮਾਂ ਲੰਘ ਗਿਆ। ਇੱਕ ਸ਼ਬਦ ਬਾਣੀ 'ਚ ਵੀ ਭੂਤਾਂ ਪ੍ਰੇਤਾਂ ਦੇ ਲਈ ਵੀ ਭੂਤ ਸ਼ਬਦ ਆਇਆ ਹੈ। ਇੱਥੇ ਜਿਹੜਾ ਸ਼ਬਦ ਭੂਤ ਆਇਆ ਹੈ ਇਹਦਾ ਭਾਵ ਹੈ ਜੀਵ। ਜੀਵ ਆਪਾਂ ਜਿੰਨੇ ਸੰਸਾਰ ਦੇ ਜੀਵ ਹਾਂ, ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਸਭ ਦੇ ਲਈ ਇਹ ਸਾਂਝੇ ਰੂਪ ਦੇ ਵਿੱਚ ਸ਼ਬਦ ਆਇਆ ਭੂਤ। ਸਰਬ ਭੂਤ ਦਿਆਲ ਅਚੁੱਤ। ਅਚੁੱਤ ਭਾਵ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਅਵਿਨਾਸ਼ੀ ਹੈ। ਹਜੂਰ ਕਹਿੰਦੇ ਉਹ ਪਰਮਾਤਮਾ ਅਵਿਨਾਸ਼ੀ ਤੇ ਦਿਆਲੂ ਵਾਹਿਗੁਰੂ ਹੈ ਜਿਹੜਾ ਉਹ ਸਭ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਸਭ ਦਾ ਪਾਲਣਹਾਰ ਹੈ। ਦੀਨ ਬਾਂਧਵ ਦਾ ਮੋਦਰ ਹੈ। ਉਹ ਦੀਨਾਂ ਦੀ ਬਾਂਹ ਫੜਨ ਵਾਲਾ, ਦੀਨਾਂ ਦਾ ਸਹਾਰਾ ਹੈ ਔਰ ਹਮੇਸ਼ਾ ਦਿਆਲੂ ਕਿਰਪਾਲੂ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਇਹ ਵਾਹਿਗੁਰੂ ਦਾ ਬਿਰਦ ਹੈ। ਸਰਬੱਗਿਆ ਪੂਰਨ ਪੁਰਖ ਭਗਵਾਨੈ, ਭਗਤ ਵਛਲ ਕਰਨਾ ਮੈਂ। ਉਹ ਵਾਹਿਗੁਰੂ ਸਰਬੱਗ ਹੈ, ਅੰਦਰ ਦੀਆਂ ਜਾਣਨ ਵਾਲਾ, ਦਿਲਾਂ ਦੀਆਂ ਜਾਣਨ ਵਾਲਾ ਹੈ, ਪੂਰਾ ਹੈ, ਪੁਰਖ ਭਾਵ ਸਰਬ ਵਿਆਪਕ ਹੈ ਔਰ ਭਗਤ ਵਛਲ। ਭਗਤ ਵਛਲ ਦਾ ਭਾਵ ਹੈ ਭਗਤਾਂ ਦਾ ਪਿਆਰਾ, ਭਗਤਾਂ ਦੀ ਬਾਂਹ ਫੜਨ ਵਾਲਾ, ਭਗਤਾਂ ਦਾ ਸਹਾਰਾ। ਤੇ ਕਰਨਾ ਮੈਂ ਦਾ ਭਾਵ ਹੈ ਉਹ ਕਰਨਾ ਭਾਵ ਤਰਸ, ਤਰਸ ਕਰਨ ਵਾਲਾ, ਦਇਆ ਕਰਨ ਵਾਲਾ ਹੈ ਉਹ ਵਾਹਿਗੁਰੂ। ਘਟ ਘਟ ਬਸੰਤ ਬਾਸ ਦੇਵੈ, ਪਾਰ ਬ੍ਰਹਮ ਪਰਮੇਸ਼ਰ ਹੈ। ਉਹ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਵਸ ਦੇਵੈ ਦਾ ਭਾਵ ਵੀ ਹੈ ਨਿਰੰਕਾਰ। ਉਹ ਘਟ ਘਟ ਬਸੰਤ, ਹਰ ਘਟ ਅੰਦਰ, ਹਰ ਜਰਰੇ ਅੰਦਰ, ਹਰ ਹਿਰਦੇ ਅੰਦਰ ਮਾਲਕ ਆਪ ਵਸ ਰਿਹਾ ਹੈ। ਜਾਚੰਤ ਨਾਨਕ ਕਿਰਪਾਲ ਪ੍ਰਸਾਦੰ, ਨੈ ਬਿਸਰੰਤ ਨੈ ਬਿਸਰੰਤ ਨਾਰਾਇਣੈ। ਮਹਾਰਾਜ ਕਹਿੰਦੇ ਹੈ ਵਾਹਿਗੁਰੂ ਕਿਰਪਾਲੂ ਮਾਲਕ ਜੀਓ, ਅਸੀਂ ਤੁਹਾਡੇ ਕੋਲੋਂ ਤੁਹਾਡੀ ਕਿਰਪਾ ਦੀ ਦਾਤ ਮੰਗਦੇ ਹਾਂ। ਸਾਡੇ 'ਤੇ ਕਿਰਪਾ ਕਰੋ ਤੇ ਕਿਰਪਾ ਕਰਕੇ ਇਹ ਕਲਾ ਵਰਤਾ ਦੇਵੋ ਕਿ ਨੈ ਬਿਸਰੰਤ ਨਾਰਾਇਣੈ। ਹੇ ਮਾਲਕ ਜੀ, ਤੁਸੀਂ ਸਾਨੂੰ ਕਦੇ ਵੀ ਨਾ ਭੁੱਲੋ, ਕਦੇ ਵੀ ਨਾ ਵਿਸਰੋ। ਹਮੇਸ਼ਾ ਤੁਹਾਡੀ ਯਾਦ ਸਾਡੇ ਇਸ ਹਿਰਦੇ 'ਚ ਬਣੀ ਰਵੇ। ਇਹ ਕਲਾ, ਇਹ ਰਹਿਮਤ ਤੁਸੀਂ ਵਰਤਾਓ, ਕਿਉਂਕਿ ਸਾਨੂੰ ਸਮਝ ਪੈ ਗਈ ਹੈ ਕਿ ਨਾਮ ਦਾ ਸਹਾਰਾ ਹੀ ਸਭ ਤੋਂ ਉੱਤਮ ਸਹਾਰਾ ਹੈ। ਨਾਮ ਦਾ ਆਸਰਾ ਹੀ ਸਭ ਤੋਂ ਉੱਤਮ ਆਸਰਾ ਹੈ। ਜਿਹਨੂੰ ਸਮਝ ਪੈ ਗਈ ਕਿ ਮੈਂ ਜਿਨ੍ਹਾਂ ਦੀ ਟੇਕ ਰੱਖ ਕੇ ਬੈਠਾ ਹਾਂ, ਉਹ ਭਾਵੇਂ ਸੰਸਾਰੀ ਪਦਾਰਥ, ਭਾਵੇਂ ਸੰਸਾਰੀ ਸੰਬੰਧੀ, ਇਹ ਸਭ ਕਿਨ ਭੰਗਰ ਦਾ ਸਾਥ, ਬਿਨ ਸਜਾਣ ਵਾਲਾ ਸਾਥ ਹੈ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਜਿਹਨੂੰ ਕੱਚ ਦਾ ਪਤਾ ਲੱਗ ਗਿਆ ਕਿ ਇਹ ਚੀਜ਼ ਝੂਠੀ, ਜਿਵੇਂ ਆਪਾਂ ਬੰਦਾ ਬਾਜ਼ਾਰੋਂ ਮੰਨ ਲਵੋ ਕੋਈ ਸੋਨੇ ਦਾ ਗਹਿਣਾ ਖਰੀਦਣ ਗਿਆ ਤੇ ਹੁਣ ਪਤਾ ਲੱਗ ਗਿਆ ਕਿ ਆ ਜਿਹੜਾ ਸੋਨੇ ਦਾ ਗਹਿਣਾ ਹੈ ਇਹ ਅਸਲੀ ਨਹੀਂ ਹੈ, ਨਕਲੀ ਹੈ। ਆਪਾਂ ਉਹ ਥੋੜਾ ਖਰੀਦਾਂਗੇ। ਜਿਹਦਾ ਪਤਾ ਲੱਗ ਗਿਆ ਇਹ ਨਕਲੀ ਹੈ, ਇਹ ਖੋਟਾ ਹੈ। ਕੋਈ ਰੁਪਈਏ ਹਨ, ਪੈਸੇ ਹਨ, ਸਾਨੂੰ ਪਤਾ ਲੱਗ ਗਿਆ ਜਾਲੀ ਨੋਟ ਹਨ, ਆਪਾਂ ਉਹ ਥੋੜਾ ਲਵਾਂਗੇ। ਇਸੇ ਤਰ੍ਹਾਂ ਕੋਈ ਪਤਾ ਲੱਗ ਗਿਆ ਕਿ ਬੰਦਾ ਖੋਟੀ ਬਿਰਤੀ ਵਾਲਾ, ਆਪਾਂ ਉਹਦੇ ਨਾਲ ਨਹੀਂ ਵਰਤਦੇ ਹਾਂ ਜੀ, ਇਹ ਖੋਟਾ ਹੈ, ਇਹ ਅਧੂਰਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਇਹ ਸਮਝ ਪੈ ਗਈ ਕਿ ਖੋਟ ਕੀ ਹੈ, ਜਿਨ੍ਹਾਂ ਪਦਾਰਥਾਂ ਵਸਤੂਆਂ ਦੇ ਨਾਲ ਮੈਂ ਜੁੜਿਆ ਹਾਂ, ਇਹ ਸੱਚ ਨਹੀਂ, ਇਹ ਕੱਚ ਹੈ, ਇਹ ਖਰੇ ਨਹੀਂ ਹਨ, ਇਹ ਝੂਠੇ ਹਨ, ਇਹ ਖੋਟੇ ਹਨ। ਤੇ ਫਿਰ ਬੰਦਾ ਖੋਟੇ ਨੂੰ ਛੱਡ ਕੇ ਉਹਦੇ ਨਾਲ ਜੁੜਦਾ ਹੈ, ਉਹ ਲੱਭਦਾ ਹੈ ਜੋ ਖਰਾ ਹੋਵੇ। ਤੇ ਗੁਰੂ ਕਹਿੰਦੇ ਅਧਿਆਤਮਕ ਜੀਵਨ ਦੇ ਲਈ ਖਰਾ ਸੌਦਾ ਕਿਹੜਾ ਹੈ? ਉਹ ਹੈ ਵਾਹਿਗੁਰੂ ਦੇ ਨਾਮ ਦੀ ਪੂੰਜੀ, ਪਰਮਾਤਮਾ ਦੇ ਨਾਮ ਦੀ ਪੂੰਜੀ, ਜਿਹਨੂੰ ਗੁਰੂ ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭੈ ਖੇਪ ਤੂੰ। ਉਹ ਸੱਚ ਦਾ ਵਪਾਰੀ ਬਣ,
ਸੱਚ ਦਾ ਵਪਾਰੀ। ਕਿਉਂਕਿ ਕੱਚ ਨੇ ਤੇਰੇ ਨਾਲ ਨਹੀਂਓ ਜਾਣਾ, ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨਸਾਰ। ਸਤਿਗੁਰੂ ਰਹਿਮਤ ਕਰਨ ਅੱਜ ਦੇ 2 ਸਲੋਕਾਂ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਜੋ ਸੇਵਾ ਤੇ ਸਿਮਰਨ ਦਾ ਉਪਦੇਸ਼ ਸਿੱਖਿਆ ਸਾਨੂੰ ਬਖਸ਼ਦੇ ਨੇ, ਇਹ ਆਪਾਂ ਗੁਰੂ ਕੇ ਉਪਦੇਸ਼ ਹਿਰਦੇ 'ਚ ਵਸਾਈਏ, ਜੀਵਨ 'ਚ ਕਮਾਈਏ। ਗੁਰੂ ਕੀਆਂ ਖੁਸ਼ੀਆਂ ਮਿਲਣ ਔਰ ਜੀਵਨ ਸੁਕਰਮੀ ਜੀਵਨ ਬਣੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਅਗਾਧ ਬੁੱਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।